ਬੰਦੇ ਦੇ ਪੁੱਤਰ ਦੇ ਉੱਤੇ ਕਤਲ ਦਾ ਮੁਕੱਦਮਾ ਆ ਤੇ ਬੰਦਾ ਦੇਸ਼ ਦੇ ਵਿੱਚ ਸਭ ਤੋਂ ਵੱਡੇ ਦਫ਼ਤਰ ਦੇ ਵਿੱਚ ਅਹੁਦੇ ਤੇ ਬੈਠਾ ਤੇ ਉਹ ਤੋਂ ਅਸਤੀਫਾ ਲੈ ਲੈਣਾ ਚਾਹੀਦਾ ਉਹਨੂੰ ਉਹਨੇ ਦਿਨ ਲਈ ਉਸ ਕੇਸ ਤੋਂ ਉਸ ਅਹੁਦੇ ਤੋਂ ਲਾਂਭੇ ਕਰ ਦਿਓ। ਪਰ ਸਰਕਾਰ ਦੇ ਜਿਹੜੇ ਮੰਤਰੀ ਨੇ ਜਿੰਨੇ ਵੀ ਸਪੋਕਸਮੈਨ ਨੇ ਉਹ ਵੱਖ-ਵੱਖ ਚੈਨਲਸ ਤੇ ਬੋਲਦੇ ਨੇ ਕਿ ਕਾਨੂੰਨ ਆਪਣਾ ਕੰਮ ਕਰੇਗਾ ਤੇ ਫਿਰ ਇਹ ਗੱਲ ਦੱਸਦੇ ਨਜ਼ਰ ਨਹੀਂ ਆਉਂਦੇ ਕਿ ਕਾਨੂੰਨ ਆਪਣਾ ਕੰਮ ਕਿਵੇਂ ਕਰੇਗਾ। ਅਪਰਾਧੀ ਸ਼ਬਦ ਆ ਜਦੋਂ ਅਸੀਂ ਉਹਦੀ ਘੋਖ ਪੜਤਾਲ ਕੀਤੀ ਤੇ ਗੱਲ ਇਹ ਸਮਝ ਆਈ ਕਿ ਇਹਨਾਂ ਦੀ ਹੀ ਕੈਬਨਿਟ ਦੇ ਵਿੱਚ 40% ਤੋਂ ਜ਼ਿਆਦਾ ਲੋਕ ਅਪਰਾਧੀ ਛਵੀ ਵਾਲੇ ਨੇ। ਗ੍ਰਹਿ ਮੰਤਰੀ ਤੇ ਦੋਨੋਂ ਹੀ ਗ੍ਰਹਿ ਰਾਜ ਮੰਤਰੀ ਜਿਹੜੇ ਨੇ ਉਹ ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਆ ਉਹ ਬਾਹੂਬਲੀ ਜਾਂ ਅਪਰਾਧਿਕ ਛਵੀ ਵਾਲਾ ਹੈ। ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਕੇਂਦਰ ਨੂੰ ਘੇਰਦੀ ਹੋਈ ਨਜ਼ਰ ਆ ਰਹੀ ਹੈ ਵਿਰੋਧੀ ਧਿਰ। ਕੀ ਤੁਹਾਨੂੰ ਲੱਗਦਾ ਹੈ ਕਿ ਕੇਂਦਰ ਬੈਕਫੁੱਟ ਤੇ ਨਜ਼ਰ ਆ ਰਹੀ ਹੈ? ਸਵਲੀਨ ਜੀ ਦੇਖੋ, ਹਾਲੇ ਦਸੰਬਰ ਦਾ ਅੱਧ ਜਿਹੜਾ ਆ ਮੁੱਕਿਆ ਤੇ ਦੇਸੀ ਮਹੀਨਾ ਸ਼ੁਰੂ ਹੋਇਆ ਕੱਲ੍ਹ ਹੀ। ਠੰਡ ਵੱਧ ਰਹੀ ਆ ਤੇ ਤੁਸੀਂ ਪੰਜਾਬ ਦੀ ਸਿਆਸਤ ਤੋਂ ਹੁਣੇ ਨਾ ਕੋਈ 2-3 ਮਹੀਨੇ ਤੇ ਕੰਮ ਚੱਲਣਾ ਆ। ਚਲੋ ਤੁਸੀਂ ਸਭ ਤੋਂ ਪਹਿਲਾਂ ਦੇਸ਼ ਦੀ ਰਾਜਨੀਤੀ ਦੀ ਗੱਲ ਕਰਨੀ ਆ ਜਾਂ ਸਰਦ ਰੁੱਤ ਦਾ ਜਿਹੜਾ ਸੈਸ਼ਨ ਚੱਲ ਰਿਹਾ ਉਹਦੀ ਗੱਲ ਕਰਦੇ ਆ। ਬਿਲਕੁਲ ਤੁਹਾਡੀ ਗੱਲ ਠੀਕ ਲੱਗਦੀ ਆ ਕਿ ਸਰਕਾਰ ਬੈਕਫੁੱਟ ਤੇ ਆ ਰਹੀ ਆ, ਪਰ ਸਰਕਾਰ ਹਾਲੇ ਤੱਕ ਇਹ ਗੱਲ ਦਰਸਾ ਨਹੀਂ ਰਹੀ ਕਿਤੇ ਵੀ ਕਿ ਉਹ ਉਸ ਲਖੀਮਪੁਰ ਖੀਰੀ ਵਾਲੀ ਘਟਨਾ ਦੇ ਵਿੱਚ ਜਿੱਥੇ ਉਹਨਾਂ ਦੇ ਗ੍ਰਹਿ ਰਾਜ ਮੰਤਰੀ ਜਿਨ੍ਹਾਂ ਨੂੰ ਕਹਿੰਦੇ ਅਸੀਂ ਕਿਉਂਕਿ ਉਹਨਾਂ ਦੇ ਕੋਲ ਦੂਸਰੇ ਸੀਟ ਹੈ ਗ੍ਰਹਿ ਮੰਤਰੀ ਤੇ ਅਮਿਤ ਸ਼ਾਹ ਜੀ ਨੇ, ਉਹ ਜਿਸ ਕੇਸ ਦੇ ਵਿੱਚ ਫਸੇ ਹੋਏ ਨੇ ਉਹਨਾਂ ਦਾ ਲੜਕਾ 307 ਦਾ ਦੋਸ਼ੀ ਜਿਹੜਾ ਆ ਉਹ ਪੁਲਿਸ ਦੀ FIR ਦੇ ਮੁਤਾਬਕ ਹੈ। ਕੋਰਟ ਉਹਨੂੰ ਦੋਸ਼ੀ ਗਰਦਾਨਦੀ ਆ ਕਿ ਨਹੀਂ ਗਰਦਾਨਦੀ, ਕਿੰਨਾ ਟਾਈਮ ਲੱਗਦਾ ਆ, ਕਿੰਨਾ ਲੰਬਾ ਕੇਸ ਚੱਲਦਾ, ਉਹ ਇੱਕ ਵੱਖਰਾ ਵਿਸ਼ਾ ਆ। ਪਰ ਬਿਲਕੁਲ ਉਸ ਕੇਸ ਨੇ ਸਾਰੇ ਭਾਰਤ ਦੇ ਵਿੱਚ BJP ਨੂੰ ਇੱਕ ਵਾਰ ਫਿਰ ਬੈਂਡ ਡਾਊਨ ਜਿਹੜਾ ਆ ਉਹ ਕੀਤਾ। ਪਿਛਲੇ ਦਿਨੀ ਹੀ ਸੁਪਰੀਮ ਕੋਰਟ ਦੀ ਬਣਾਈ ਹੋਈ ਜਿਹੜੀ ਸਿੱਟ ਸੀ ਉਹਨੇ CGM ਦੀ ਕੋਰਟ ਦੇ ਵਿੱਚ ਉਹ ਆਪਣੀ ਜਿਹੜੀ ਆ ਰਿਪੋਰਟ ਰੱਖੀ ਸਾਹਮਣੇ, ਜਿਹਦੇ ਵਿੱਚ ਦੱਸਿਆ ਗਿਆ ਕਿ ਉਹ ਜਿਹੜੀ ਘਟਨਾ ਆ ਉਹ ਕੋਈ ਗੱਡੀਆਂ ਦੇ ਐਕਸੀਡੈਂਟ ਵਾਲੀ ਕਹਾਣੀ ਨਹੀਂ ਹੈਗੀ, ਉਹ ਬਿਲਕੁਲ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਨੀਅਤ ਨਾਲ ਕੀਤਾ ਗਿਆ ਜਿਹੜਾ ਆ ਉਹ ਕਾਰਨਾਮਾ ਸੀ ਜੀ। ਨਾਲ ਦੀ ਨਾਲ ਉਹਨਾਂ ਨੇ ਉਹ ਵੀ ਗੱਲਾਂ ਜੋੜੀਆਂ ਉਹਦੇ ਵਿੱਚ ਕਿ ਇਸ ਗ੍ਰਹਿ ਰਾਜ ਮੰਤਰੀ ਕੁਝ ਦਿਨ ਪਹਿਲਾਂ ਕੀ ਬੋਲਦੇ ਨਜ਼ਰ ਆਏ ਸੀ ਤੇ ਉਸ ਦੇ ਨਾਲ ਹੀ ਕੱਲ੍ਹ ਵਾਲੀ ਘਟਨਾ ਜਿਹੜੀ ਆ ਸਵਲੀਨ ਜੀ ਉਹ ਹਾਲਾਂਕਿ ਸਿੱਟ ਦੀ ਰਿਪੋਰਟ ਤੋਂ ਬਾਅਦ ਦੀ ਆ, ਜਦੋਂ ਉਹ ਗ੍ਰਹਿ ਰਾਜ ਮੰਤਰੀ ਇੱਕ ਬਹੁਤ ਵੱਡੇ ਅਹੁਦੇ ਤੇ ਬੈਠਾ ਹੋਇਆ ਵਿਅਕਤੀ ਆ। ਜੇ ਅਸੀਂ ਅਹੁਦਿਆਂ ਦੀ ਗੱਲ ਕਰੀਏ ਤੇ ਕੈਬਨਿਟ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਬਾਅਦ ਗ੍ਰਹਿ ਮੰਤਰੀ ਆ ਤੇ ਉਸੇ ਆਫਿਸ ਦੇ ਵਿੱਚ ਉਹ ਪੋਜੀਸ਼ਨ ਦੇ ਉੱਤੇ ਬੰਦਾ ਬੈਠਾ ਤੇ ਉਹ ਪੱਤਰਕਾਰ ਦੇ ਨਾਲ ਜਦੋਂ ਉਹਨੂੰ ਸਵਾਲ ਪੁੱਛਿਆ ਜਾਂਦਾ ਤੇ ਉਹ ਗਾਲੀ ਗਲੋਚ ਵੀ ਕਰਦਾ, ਈਵਨ ਕਿ ਉਹ ਧੱਕਾ ਮੁੱਕੀ ਤੱਕ ਵੀ ਉਹ ਉਸ ਪੋਜੀਸ਼ਨ ਦੇ ਵਿੱਚ ਇੱਕ ਪੱਤਰਕਾਰ ਨੂੰ ਲੈ ਕੇ ਜਾਂਦਾ ਆ। ਲੋਕ ਸਭਾ ਦੇ ਵਿੱਚ ਕਿਉਂਕਿ ਸਰਦ ਰੁੱਤ ਦਾ ਸੈਸ਼ਨ ਚੱਲ ਰਿਹਾ 29 ਨਵੰਬਰ ਨੂੰ ਤੁਸੀਂ ਦੱਸਿਆ ਕਿ ਉਹ ਸ਼ੁਰੂ ਹੋਇਆ ਤੇ 23 ਦਸੰਬਰ ਤੱਕ ਇਹ ਚੱਲਣਾ ਆ। ਬੜਾ ਲੰਬਾ ਠੀਕ ਠਾਕ ਲੰਬਾਈ ਦਾ ਸੈਸ਼ਨ ਆ, ਕਾਫੀ ਸਰਕਾਰ ਨੂੰ ਸਮਾਂ ਮਿਲ ਰਿਹਾ ਇਹਦੇ ਵਿੱਚ ਬਿੱਲ ਪੇਸ਼ ਕਰਨ ਦਾ ਵੀ ਤੇ ਬਿੱਲ ਪਾਸ ਕਰਨ ਦਾ ਵੀ। ਪਰ ਉੱਥੇ ਵੀ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਬਿੱਲ ਆ ਉਹ ਤੇ ਰੌਲੇ ਰੱਪੇ ਦੇ ਵਿੱਚ ਪਾਸ ਹੋਈ ਜਾ ਰਿਹਾ, ਪਰ ਰੌਲਾ ਰੱਪਾ ਜਿਹੜਾ ਆ ਉਹ ਬਹੁਤ ਜ਼ਿਆਦਾ ਫੈਲਿਆ ਹੋਇਆ। ਸਰਕਾਰ ਉੱਥੇ ਘਿਰਦੀ ਨਜ਼ਰ ਆ ਰਹੀ ਆ, ਪਰ ਕਿਉਂਕਿ ਲੋਕਤੰਤਰ ਦੇ ਵਿੱਚ ਸਵਲੀਨ ਜੀ ਵਿਚਾਰਾਂ ਦੀ ਜਿਹੜੀ ਕਦਰ ਆ ਉਹ ਘੱਟ ਆ ਤੇ ਨੰਬਰਸ ਦੀ ਕਦਰ ਜਿਹੜੀ ਉਹ ਜ਼ਿਆਦਾ ਆ। 543 ਮੈਂਬਰਾਂ ਦੀ ਲੋਕ ਸਭਾ ਆ ਜਿਹਦੇ ਕੋਲ ਅੱਧ ਤੋਂ ਵੱਧ ਨੇ ਉਹ ਫਿਰ ਦੂਜਿਆਂ ਦੀ ਪਰਵਾਹ ਨਹੀਂ ਕਰਦਾ। ਇਸੇ ਕਰਕੇ ਚਾਹੇ ਉਹ ਕਾਨੂੰਨ ਦੀ ਜਿਹੜੀ ਵਰਤੋਂ ਆ ਜਾਂ ਦੁਰਵਰਤੋਂ ਆ, ਚਾਹੇ ਜਿਹੜੀਆਂ ਸੈਂਟਰਲ ਏਜੰਸੀਆਂ ਆ ਉਹਦੀ ਵਰਤੋਂ ਤੇ ਦੁਰਵਰਤੋਂ ਆ, ਉਹ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਲਾ ਕੇ ਸਰਕਾਰ ਦੇ ਹੱਥ ਕੰਡੇ ਅਪਣਾ ਕੇ ਸਿਰਫ ਔਰ ਸਿਰਫ ਉਹ ਨੰਬਰ ਸਿਸਟਮ ਜਿਹੜਾ ਆ ਉਹਨੂੰ ਪੂਰਾ ਕਰਨ ਦੇ ਲਈ ਹੀ ਜਿਹੜੀ ਸਾਰੀ ਤਵੱਕੋਂ ਆ ਉਹ ਸਰਕਾਰੀ ਧਿਰ ਦੀ ਲੱਗੀ ਰਹਿੰਦੀ ਆ ਜੀ। ਹਾਲਾਂਕਿ ਅਸੀਂ ਬੀਤੇ ਦਿਨ ਇੱਕ ਦਿਨ ਗੱਲ ਕੀਤੀ ਸੀ ਕਿ ਲੋਕਤੰਤਰ ਦਾ ਜਿਹੜਾ ਆ ਨੁਕਸਾਨ ਆ ਉਹ ਲੋਕ ਸਭਾ ਦੇ ਵਿੱਚ ਵੀ ਉਨਾ ਹੀ ਹੋ ਰਿਹਾ ਜਿੰਨਾ ਦੇਸ਼ ਦੇ ਵਿੱਚ ਹੋ ਰਿਹਾ, ਕਿਉਂਕਿ ਉੱਥੇ ਬਹਿਸ ਦੀ ਗੁੰਜਾਇਸ਼ ਹੀ ਕੋਈ ਨਹੀਂ ਰਹਿ ਜਾਂਦੀ, ਗੱਲ ਤੇ ਕੋਈ ਕਿਸੇ ਦੀ ਸੁਣਦਾ ਨਹੀਂ। ਜਿਹੋ ਜਿਹੇ ਸ਼ਬਦ ਉੱਥੇ ਵਰਤੇ ਜਾਂਦੇ ਨੇ ਉਹਨਾਂ ਨੂੰ ਦੇਖ ਕੇ ਲੱਗਦਾ ਆ ਕਿ ਜਿਹੜੀਆਂ ਤੁਸੀਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਸੀ ਜਾਂ ਜਿਸ ਸਰਦਣ ਦੇ ਉੱਤੇ ਅੰਦਰ ਵੜਨ ਤੋਂ ਪਹਿਲਾਂ ਮੋਦੀ ਸਾਹਿਬ ਨੇ ਸਿਰ ਰੱਖਿਆ ਸੀ, ਆਪਣਾ ਮੱਥਾ ਰੱਖਿਆ ਸੀ, ਆਪਣੇ ਆਪ ਨੂੰ ਸਮਰਪਣ ਕੀਤਾ ਸੀ, ਨਮਨ ਕੀਤਾ ਸੀ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਦੋਂ ਉਹਨਾਂ ਨੇ ਪਹਿਲੀ ਵਾਰੀ ਸੰਸਦ ਦੇ ਵਿੱਚ ਜਾਣਾ ਸੀ, ਉਹ ਮਹਿਜ਼ ਇੱਕ ਚੰਗੀ ਫੋਟੋਗ੍ਰਾਫ ਤੇ ਨਜ਼ਰ ਆਉਂਦੀ ਆ, ਇੱਕ ਚੰਗੀ ਪਿਰਤ ਤਾਂ ਪਾਉਂਦੀ ਲੱਗਦੀ ਆ ਉਹ ਜਿਹੜੀ ਫੋਟੋ ਆ, ਪਰ ਉਸ ਚੀਜ਼ ਦਾ ਜਿਹੜਾ ਆ ਆਧਾਰ ਜਿਹੜਾ ਆ ਉਸ ਚੀਜ਼ ਦੇ ਜਿਹੜੇ ਹੈਗੇ ਨੇ ਕਹਾਣੀ ਉਹ ਅੰਦਰ ਜਾ ਕੇ ਬਿਆਨ ਨਹੀਂ ਹੁੰਦੀ। ਅੰਦਰ ਸਾਰੀਆਂ ਜਿਹੜੀਆਂ ਕਹਾਣੀਆਂ ਨੇ ਉਹ ਕੁਝ ਹੋਰ ਬਿਆਨ ਕਰਦੀਆਂ ਨੇ। ਜੇਕਰ ਅਜਿਹਾ ਹੋਵੇ
ਜੇਕਰ ਲੋਕਤੰਤਰਕ ਕਦਰਾਂ ਕੀਮਤਾਂ ਦੀ ਜਿਹੜੀ ਇਹਨਾਂ ਲੋਕਾਂ ਨੂੰ, ਇਹਨਾਂ ਸਿਆਸਤੀ ਲੋਕਾਂ ਨੂੰ, ਇਹਨਾਂ MLAs ਨੂੰ, MPs ਨੂੰ, ਸਰਕਾਰੀ ਧਿਰ ਨੂੰ, ਵਿਰੋਧੀ ਧਿਰ ਨੂੰ ਫਿਕਰ ਹੋਵੇ, ਤੇ ਫਿਰ ਜਦੋਂ ਇੱਕ ਬੰਦੇ ਦੇ ਉੱਤੇ ਇਲਜ਼ਾਮ ਲੱਗ ਗਿਆ, ਸੁਪਰੀਮ ਕੋਰਟ ਦੀ ਬਣਾਈ ਹੋਈ ਸਿੱਟ ਨੇ ਵੀ ਕਹਿ ਦਿੱਤਾ ਜਿੰਨੀਆਂ ਵੀ ਤਰੀਕਾਂ ਇਸ ਕੇਸ ਦੇ ਵਿੱਚ ਪਈਆਂ ਸਾਰੀਆਂ ਦੇ ਵਿੱਚ ਹੀ ਸੁਪਰੀਮ ਕੋਰਟ ਨੇ ਸਰਕਾਰ ਨੂੰ, ਚਾਹੇ ਉਹ ਕੇਂਦਰ ਦੀ ਸਰਕਾਰ ਸੀ ਚਾਹੇ ਉਹ ਰਾਜ ਦੀ ਸਰਕਾਰ ਸੀ, ਉਹਨਾਂ ਨੂੰ ਪੂਰੀ ਝਾੜ ਜਿਹੜੀ ਪਾਈ। ਪਰ ਉਹਦੇ ਬਾਵਜੂਦ ਵੀ ਉਸ ਗ੍ਰਹਿ ਰਾਜ ਮੰਤਰੀ ਤੋਂ ਅਸਤੀਫਾ ਜਿਹੜਾ ਆ ਉਹ ਨਹੀਂ ਲਿਆ ਗਿਆ। ਪਰ ਸ਼ਰਮਾ ਜੀ, ਖਬਰਾਂ ਇਹ ਵੀ ਆ ਰਹੀਆਂ ਨੇ ਕਿ ਹਾਈ ਕਮਾਂਡ ਜਿਹੜੀ ਹੈ ਉਹ ਇਸ ਮੰਤਰੀ ਤੋਂ ਕਾਫੀ ਖਫਾ ਨਜ਼ਰ ਆ ਰਹੀ ਹੈ। ਕਿਸੇ ਸੀਨੀਅਰ ਆਗੂ ਨੇ ਫੋਨ ਕਰਕੇ ਇਹ ਵੀ ਕਿਹਾ ਸੀ ਕਿ ਭਾਈ ਅੱਗੇ ਤੋਂ ਜ਼ੁਬਾਨ ਥੋੜੀ ਜਿਹੀ ਸੰਭਾਲ ਕੇ ਗੱਲ ਕਰਨੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਆ। ਅਸੀਂ ਕਈ ਵਾਰ ਬਲੈਕ ਤੇ ਵਾਈਟ ਦੇ ਵਿੱਚ ਉਲਝ ਜਾਂਦੇ ਆ, ਸਾਨੂੰ ਗ੍ਰੇ ਕਰੈਕਟਰਸ ਜਿਹੜੇ ਉਹ ਸਮਝ ਨਹੀਂ ਆਉਂਦੇ ਜਾਂ ਸਾਨੂੰ ਉਹ ਬਹੁਤੇ ਪਸੰਦ ਨਹੀਂ ਆਉਂਦੇ। ਪਰ ਰਾਜਨੀਤੀ ਦੇ ਵਿੱਚ ਜਾਂ ਫਿਰ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਦੇ ਆ ਫਿਰ ਇਹਨਾਂ ਨੂੰ ਗ੍ਰੇ ਕਰੈਕਟਰਸ ਦੀ ਜ਼ਿਆਦਾ ਲੋੜ ਹੁੰਦੀ ਹੈ। ਅਸੀਂ ਯੈਸ ਜਾਂ ਨੋ ਵਾਲੀ ਕਹਾਣੀ ਦੇ ਉੱਤੇ ਜ਼ਿਆਦਾ ਚੱਲਦੇ ਹਾਂ, ਜਦ ਕਿ ਇੱਕ ਬਹੁਤ ਪੁਰਾਣੇ ਸਿਆਸਤਦਾਨ ਇਹ ਕਹਿੰਦੇ ਸੀ ਕਿ ਰਾਜਨੀਤੀ ਉਦੋਂ ਹੀ ਚੱਲਦੀ ਹੈ ਜਦੋਂ ਤੱਕ ਤੁਸੀਂ ਕਹਾਣੀ ਨੂੰ ਨਾਲ ਲੈ ਕੇ ਚੱਲੀ ਜਾਓ, ਉਹਨੂੰ ਜਲਦੀ ਮੁੱਕਣ ਨਾ ਦਿਓ। ਠੀਕ ਆ, ਤੁਸੀਂ ਗੱਲ ਦੱਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਕਿ ਉਹਨਾਂ ਨੂੰ ਬਹੁਤ ਸੀਨੀਅਰ ਲੋਕਾਂ ਨੇ ਫੋਨ ਕਰਕੇ ਕਿਹਾ ਕਿ ਤੁਸੀਂ ਆਪਣੀ ਜ਼ੁਬਾਨ ਤੇ ਕਾਬੂ ਰੱਖੋ, ਤੁਹਾਡੇ ਤੇ ਪਹਿਲਾਂ ਹੀ ਮੁਸ਼ਕਲ ਦੌਰ ਹੈ ਤੇ ਤੁਸੀਂ ਆਪਣੀ ਜਿਹੜੀ ਕਹਾਣੀ ਆ ਉਹਨੂੰ ਹੋਰ ਵਿਗੜਨ ਨਾ ਦਿਓ। ਪਰ ਸਵਲੀਨ ਜੀ, ਗੱਲ ਤੇ ਇੱਕ ਹੋਰ ਪਾਸੇ ਖੜੀ ਆ। ਬੰਦੇ ਦੇ ਪੁੱਤਰ ਦੇ ਉੱਤੇ ਕਤਲ ਦਾ ਮੁਕੱਦਮਾ ਆ ਤੇ ਬੰਦਾ ਦੇਸ਼ ਦੇ ਵਿੱਚ ਸਭ ਤੋਂ ਵੱਡੀ ਅਹੁਦੇ ਤੇ ਉੱਤੇ, ਸਭ ਤੋਂ ਵੱਡੇ ਦਫ਼ਤਰ ਦੇ ਵਿੱਚ ਅਹੁਦੇ ਤੇ ਬੈਠਾ, ਦੂਸਰੇ ਜਾਂ ਤੀਸਰੇ ਨੰਬਰ ਦੀ ਉਹਦੀ ਸੀਟ ਬਣਦੀ ਆ ਤੇ ਉਹ ਤੋਂ ਅਸਤੀਫਾ ਲੈ ਲੈਣਾ ਚਾਹੀਦਾ ਉਹਨੂੰ। ਉਹਨੇ ਦਿਨ ਲਈ ਉਸ ਕੇਸ ਤੋਂ, ਉਸ ਅਹੁਦੇ ਤੋਂ ਲਾਂਭੇ ਕਰ ਦਿਓ। ਜੇ 2-4-6 ਮਹੀਨੇ ਦੇ ਵਿੱਚ ਸਾਰੀਆਂ ਘਟਨਾਵਾਂ ਹੱਲ ਹੋ ਜਾਣਗੀਆਂ ਲੋਕਤੰਤਰਿਕ ਪ੍ਰਕਿਰਿਆ ਦੇ, ਕਾਨੂੰਨੀ ਪ੍ਰਕਿਰਿਆ ਦੇ ਦੌਰਾਨ, ਜੇਕਰ ਉਹ ਕੇਸ ਖਤਮ ਹੋ ਜਾਂਦਾ ਹੈ ਤੇ ਉਹਨੂੰ ਦੁਬਾਰਾ ਤੁਸੀਂ ਬਣਾ ਦਿਓ। ਅਸੀਂ ਉਹਨੂੰ ਕੋਈ ਵੀ MP-ਸ਼ਿਪ ਤੋਂ ਲਾਉਣ ਨੂੰ ਤਾਂ ਕਹਿ ਨਹੀਂ ਰਹੇ ਹਾਲੇ ਤੱਕ। ਕਿਸਾਨ ਜਥੇਬੰਦੀਆਂ ਜਾਂ ਜਿਨ੍ਹਾਂ ਲੋਕਾਂ ਦੇ ਘਰ ਦੇ ਬੱਚੇ ਮਰੇ ਨੇ ਜਾਂ ਜੋ ਸਿੱਟ ਦੀ ਰਿਪੋਰਟ ਆ ਉਹਦੇ ਮੁਤਾਬਕ ਜੇ ਸਾਜ਼ਿਸ਼ ਹੋਈ ਆ, ਪੁੱਤਰ ਨੇ ਸਾਰਾ ਕੁਝ ਕੀਤਾ ਆ, ਗੱਡੀ ਮੰਤਰੀ ਸਾਹਿਬ ਦੀ ਆ ਤੇ ਉਹ ਵੀ ਸਾਜ਼ਿਸ਼ ਦੇ ਦੋਸ਼ੀ ਨੇ। 120B ਦੇ ਵਿੱਚ ਉਹਨਾਂ ਦਾ ਨਾਮ ਵੀ FIR ਦੇ ਵਿੱਚ ਹੈ ਤੇ ਉਹਨਾਂ ਨੂੰ ਬਚਾਉਣ ਦੀ ਕੋਈ ਕਹਾਣੀ ਲੱਗਦੀ ਨਹੀਂ। ਪਰ ਸਰਕਾਰ ਦੇ ਜਿਹੜੇ ਮੰਤਰੀ ਨੇ, ਜਿੰਨੇ ਵੀ ਸਪੋਕਸਮੈਨ ਨੇ, ਉਹ ਵੱਖ-ਵੱਖ ਚੈਨਲਸ ਤੇ ਬੋਲਦੇ ਨੇ ਕਿ ਕਾਨੂੰਨ ਆਪਣਾ ਕੰਮ ਕਰੇਗਾ ਤੇ ਫਿਰ ਇਹ ਗੱਲ ਦੱਸਦੇ ਨਜ਼ਰ ਨਹੀਂ ਆਉਂਦੇ ਕਿ ਕਾਨੂੰਨ ਆਪਣਾ ਕੰਮ ਕਿਵੇਂ ਕਰੇਗਾ, ਕਿਉਂਕਿ ਕਾਨੂੰਨ ਸਾਰੇ ਨੂੰ ਕੰਟਰੋਲ ਕਰਨ ਵਾਲਾ ਜਿਹੜਾ ਆ ਉਹ ਡਿਪਾਰਟਮੈਂਟ ਆਫ ਹੋਮ ਅਫੇਅਰਸ ਆ ਤੇ ਉਹਦੇ ਵਿੱਚ ਹੀ ਉਹ ਗ੍ਰਹਿ ਰਾਜ ਮੰਤਰੀ ਆ। ਫਿਰ ਕਾਨੂੰਨ ਨੂੰ ਤੁਸੀਂ ਆਪਣਾ ਕੰਮ ਕਿਵੇਂ ਕਰਨ ਦਿਓਗੇ ਜੀ? ਤੇ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਆਸ਼ੀਸ਼ ਮਿਸ਼ਰਾ ਜਿਹੜਾ ਹੈਗਾ ਆ, ਉਹਦਾ ਜਿਹੜਾ ਬਾਪ ਆ ਅਜੇ ਮਿਸ਼ਰਾ, ਉਹ ਇੱਕ ਅਪਰਾਧੀ ਆ ਤੇ ਅਪਰਾਧੀ ਨੂੰ ਲੋਕ ਸਭਾ ਦੇ ਵਿੱਚ ਨਾ ਬੈਠਣ ਦਿਓ ਜਾਂ ਉਹਨੂੰ ਉਹਦੀ ਜਿਹੜੀ ਕੁਰਸੀ ਆ ਉਹ ਲੈ ਲਈ ਜਾਵੇ। ਸਵਲੀਨ ਜੀ, ਉਹ ਜਿਹੜਾ ਅਪਰਾਧੀ ਸ਼ਬਦ ਆ, ਜਦੋਂ ਅਸੀਂ ਉਹਦੀ ਘੋਖ ਪੜਤਾਲ ਕੀਤੀ ਤੇ ਗੱਲ ਇਹ ਸਮਝ ਆਈ ਕਿ ਇਹਨਾਂ ਦੀ ਹੀ ਕੈਬਨਿਟ ਦੇ ਵਿੱਚ 40% ਤੋਂ ਜ਼ਿਆਦਾ ਲੋਕ ਅਪਰਾਧੀ ਛਵੀ ਵਾਲੇ ਨੇ। ਅਪਰਾਧੀ ਛਵੀ ਵਾਲੇ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਉਹਨਾਂ ਦੇ ਉੱਤੇ ਵੱਖ-ਵੱਖ ਧਾਰਾਵਾਂ ਦੇ ਉੱਤੇ ਕੇਸ ਦਰਜ ਨੇ। ਜੇ ਸਾਰਿਆਂ ਦੀ ਕਹਾਣੀ ਛੱਡ ਵੀ ਦਈਏ, ਜੇ ਅਸੀਂ ADR ਜਿਹੜੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਨਾਂ ਦੀ ਸੰਸਥਾ ਜਿਹੜੀ ਬਹੁਤ ਸਾਰੀਆਂ ਚੀਜ਼ਾਂ ਜਾਰੀ ਕਰਦੀ ਆ, ਜਿਹੜੇ IRTI ਤੋਂ ਬਹੁਤ ਸਾਰੀਆਂ ਇਨਫੋਰਮੇਸ਼ਨ ਲੈਂਦੇ ਰਹਿੰਦੇ ਨੇ, ਤੇ ਜੇਕਰ ਮੈਂ ਸਿਰਫ ਹੋਮ ਮਿਨਿਸਟਰੀ ਦੀ ਹੀ ਗੱਲ ਕਰਾਂ, ਅਮਿਤ ਸ਼ਾਹ ਦੇ ਉੱਪਰ ਕੇਸ ਚੱਲਦੇ ਰਹੇ ਨੇ, ਬੜਾ ਲੰਬਾ ਚੌੜਾ ਰਿਹਾ। ਬਾਅਦ ਵਿੱਚ ਹਾਲਾਂਕਿ ਉਹਨਾਂ ਸਾਰੀਆਂ ਚੀਜ਼ਾਂ 'ਚੋਂ ਬਰੀ ਹੋ ਗਏ ਤੇ ਪਿੱਛੇ ਜੇ ਜਦੋਂ ਇਹਨਾਂ ਨੇ ਸੁਪਰੀਮ ਕੋਰਟ ਦੇ ਜੱਜ ਲਾਏ ਸੀ ਉਦੋਂ ਵੀ ਰੌਲਾ ਪਿਆ ਸੀਗਾ ਕਿ ਜਿਹੜੇ ਸੀਨੀਅਰ ਜੱਜ ਸੀ ਉਹਨਾਂ ਨੂੰ ਨਹੀਂ ਲਾਇਆ ਗਿਆ। ਤੇ ਕਹਾਣੀ ਪਿੱਛੋਂ ਕਿਤੋਂ ਨਿਕਲ ਕੇ ਆਈ ਸੀ ਕਿ ਜਦੋਂ ਅਮਿਤ ਸ਼ਾਹ ਗੁਜਰਾਤ ਦੇ ਵਿੱਚ MLA ਹੁੰਦੇ ਸੀ ਤੇ ਉੱਥੇ ਵੀ ਉਹ ਹੋਮ ਮਿਨਿਸਟਰ ਸੀ ਤੇ ਉਦੋਂ ਇੱਕ ਜੱਜ ਨੇ ਉਹਨਾਂ ਨੂੰ ਬੇਲ ਨਹੀਂ ਸੀ ਦਿੱਤੀ ਤੇ ਉਸ ਬੇਲ ਨਾ ਦੇਣ ਕਰਕੇ ਉਸ ਜੱਜ ਨੂੰ ਹੁਣ ਸੁਪਰੀਮ ਕੋਰਟ ਦੇ ਵਿੱਚ ਨਹੀਂ ਲਾਇਆ ਗਿਆ। ਤੇ ਇਹਨਾਂ ਦੇ ਹੀ ਆਫਿਸ ਦੇ ਵਿੱਚ ਇੱਕ ਹੋਰ ਨੇ ਜਿਹੜੇ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੇ ਬੈਠੇ ਨੇ, ਉਹ ਵੈਸਟ ਬੰਗਾਲ ਤੋਂ ਆਉਂਦੇ ਨੇ। ਕਹਾਣੀ ਉਹਨਾਂ ਨਾਲ ਵੀ ਇਹੋ ਜਿਹੀ ਹੀ ਜੁੜੀ ਹੋਈ ਆ। ਸੋ ਤੁਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ ਕਿ ਜਦੋਂ ਅਸੀਂ ਚੋਣ ਸੁਧਾਰਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਰਾਜਨੀਤੀ ਦੇ ਵਿੱਚ ਚੰਗੇ ਲੋਕਾਂ ਦੇ ਆਉਣ ਦੀ ਗੱਲ ਕਰਦੇ ਹਾਂ ਤੇ ਉਸ ਪਾਇਦਾਨ ਦੇ ਉੱਤੇ, ਉਸ ਕ੍ਰੈਡੀਬਿਲਿਟੀ ਦੇ ਉੱਤੇ ਇਹ ਸਰਕਾਰ ਕਿੱਥੇ ਠਹਿਰਦੀ ਆ, ਜਿੱਥੇ ਗ੍ਰਹਿ ਮੰਤਰੀ ਤੇ ਦੋਨੋਂ ਹੀ ਗ੍ਰਹਿ ਰਾਜ ਮੰਤਰੀ ਜਿਹੜੇ ਨੇ ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਆ ਉਹ ਬਾਹੂਬਲੀ ਜਾਂ ਅਪਰਾਧਿਕ ਛਵੀ ਵਾਲਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸਾਡੇ ਸਾਹਮਣੇ ਇਸੇ ਚੀਜ਼ ਦੇ ਨਾਲ ਲੈ ਕੇ ਆਉਂਦੀਆਂ ਕਿ ਚੋਣ ਜਦੋਂ ਹੁੰਦੀ ਆ, ਜਦੋਂ MP ਜਾਂ MLA ਜਾਂ ਰਾਜ ਸਭਾ ਦੇ ਮੈਂਬਰ ਚੁਣੇ ਜਾਂਦੇ ਨੇ, ਫਿਰ ਪਾਰਟੀਆਂ ਲਈ ਜਿਹੜੀ ਆ ਉਹ ਕਹਾਣੀ ਇੱਥੇ ਹੀ ਆ ਜਾ ਰਹਿ ਜਾਂਦੀ ਆ ਕਿ ਕਿਹੜੀ ਸ਼ਕਲ ਜਿਹੜੀ ਆ ਉਹ ਕਿੱਥੋਂ ਚੋਣ ਜਿੱਤ ਕੇ ਆ ਸਕਦੀ ਆ। ਉਹਦਾ ਚੰਗਾ ਹੋਣਾ, ਉਹਦਾ ਮਾੜਾ ਹੋਣਾ, ਉਹਦਾ ਇੱਕ ਚੰਗੇ ਕਿਰਦਾਰ ਵਾਲਾ ਹੋਣਾ, ਉਹਦੇ ਤੇ ਕੋਈ ਅਪਰਾਧਿਕ ਰਿਕਾਰਡ ਹੋਣਾ ਜਾਂ ਨਾ ਹੋਣਾ ਜਿਹੜਾ ਆ ਉਹ ਮਾਇਨੇ ਨਹੀਂ ਰੱਖਦਾ। ਜਦ ਕਿ ਚੋਣ ਸੁਧਾਰਾਂ ਦੇ ਵਿੱਚ ਇਸ ਗੱਲ ਦੀ ਬਹੁਤ ਹੀ ਗੰਭੀਰ ਲੋੜ ਆ ਕਿ ਜੇਕਰ ਕਿਸੇ ਵੀ ਬੰਦੇ ਦੇ ਉੱਤੇ ਕੋਈ ਇਹੋ ਜਿਹਾ ਕੇਸ ਚੱਲਦਾ ਆ, ਜੇਕਰ ਉਹਨੂੰ ਕਿਸੇ ਅਦਾਲਤ ਨੇ ਦੋਸ਼ੀ ਘੋਸ਼ਿਤ ਕੀਤਾ ਹੋਇਆ ਤੇ ਫਿਰ ਉਹਨੂੰ ਲੈ ਕੇ ਇਹਨਾਂ ਚੀਜ਼ਾਂ ਦੇ ਉੱਤੇ ਇੱਕ ਸਾਫ਼ ਸੁਥਰੀ ਜਿਹੜੀ ਕਹਾਣੀ ਆ ਉਹ
ਫਿੱਟ ਕੀਤੀ ਜਾਵੇ, ਕਾਨੂੰਨਾਂ ਦੇ ਵਿੱਚ ਲੋੜੀਂਦੀ ਸੋਧ ਕੀਤੀ ਜਾਵੇ ਕਿ ਉਹਨਾਂ ਬੰਦਿਆਂ ਨੂੰ ਚੋਣ ਲੜਨ ਦੀ ਹੀ ਇਜਾਜ਼ਤ ਜਿਹੜੀ ਆ ਉਹ ਨਾ ਦਿੱਤੀ ਜਾਵੇ। ਜੀ। ਹਾਲਾਂਕਿ ਅਸੀਂ ਬਾਅਦ ਵਿੱਚ ਇਹ ਕਹਿ ਦਿੰਦੇ ਆ ਕਿ ਕਿਉਂਕਿ ਜਿਹੜੇ ਆ ਉਹ ਦੋਸ਼ ਸਾਬਤ ਨਹੀਂ ਹੋਏ ਸੀ, ਇਸ ਕਰਕੇ ਇਦਾਂ ਹੋ ਗਿਆ, ਤੇ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ, ਤੇ ਫਿਰ ਕਿਉਂ ਕਿਸੇ ਵੀ ਅਜਿਹੇ ਬੰਦੇ ਨੂੰ ਤੁਸੀਂ ਹੋਰ ਕਿਸੇ ਵੀ ਸਰਕਾਰੀ ਨੌਕਰੀ 'ਚ ਨਹੀਂ ਰੱਖਦੇ ਜਿਹਦੇ ਤੇ FIR ਦਰਜ ਹੋਵੇ। ਤੇ ਫਿਰ ਇਹ ਸਾਰੀਆਂ ਚੀਜ਼ਾਂ ਜਦੋਂ ਬਾਕੀ ਸਾਰੇ ਸਿਸਟਮਸ ਦੇ ਵਿੱਚ, ਬਾਕੀ ਸਾਰੇ ਤੰਤਰਾਂ ਦੇ ਵਿੱਚ, ਬਾਕੀ ਸਾਰੇ ਮਹਿਕਮਿਆਂ ਦੇ ਵਿੱਚ ਲਾਗੂ ਹੁੰਦੀਆਂ ਨੇ, ਫਿਰ ਕਿਉਂ ਇਹਨਾਂ ਲੋਕਾਂ ਲਈ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹ ਦੇਸ਼ ਦੀ ਸਰਵਉੱਚ ਸੰਸਥਾ ਦੇ ਵਿੱਚ ਜਾਣ ਸਮੇਂ ਲਾਗੂ ਨਹੀਂ ਹੁੰਦੀਆਂ, ਚਾਹੇ ਉਹ ਵਿਧਾਨ ਪਾਲਿਕਾਵਾਂ ਨੇ ਤੇ ਚਾਹੇ ਉਹ ਲੋਕ ਸਭਾ ਹੈ।